ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਸਜ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਲੜੀਵਾਰ ਸਹਿਜ ਪਾਠ ਰੂਪ ਦੇ ਵਿੱਚ ਅਰਥਾਂ ਸਹਿਤ ਸਰਵਣ ਕਰਕੇ ਅਤੇ ਆਪ ਵੀ ਜਿਹੜਾ ਹੈ ਕਰਨਾ ਕਰਕੇ ਆਪਣੀ ਜੀਵਨ ਦੀ ਅਮੁੱਲਕ ਸਵਾਸਾਂ ਨੂੰ ਸਫਲ ਕਰ ਰਹੇ ਹੋ। ਸੋ ਆਓ ਜੁੜਨਾ ਕਰੀਏ। ਲਗਭਗ ਅੱਜ ਆਪਾਂ 7 ਦਿਨ ਬਾਅਦ ਹੈ ਜਿਹੜਾ ਉਹ ਪਾਤਸ਼ਾਹ ਜੀ ਦੀ ਪਾਵਨ ਲੜੀਵਾਰ ਵਿਚਾਰ ਨਾਲ ਜੁੜ ਰਹੇ ਹਾਂ। ਸੋ ਫਿਰ ਉਸੇ ਤਰ੍ਹਾਂ ਆਪਾਂ ਜਿਹੜੀ ਹੈ ਆਪਣੀ ਲੜੀ ਹੈ ਉਸ ਨੂੰ ਆਰੰਭ ਕਰਨਾ ਕਰੀਏ, ਲੜੀ ਨਾਲ ਜੁੜਨਾ ਕਰੀਏ। ਸੋ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਅੰਕ 91 ਦੇ ਉੱਤੋਂ ਸ੍ਰੀ ਰਾਗ ਕੀ ਵਾਰ ਦਾ ਅਖੀਰਲੀ ਪੌੜੀ ਹੈ ਜਿਹੜੀ ਉਸ ਦੀ ਆਪਾਂ ਵਿਚਾਰ ਲੜੀਵਾਰ ਕਰਨੀ ਹੈ। 20 ਪੌੜੀਆਂ ਜਿਹੜੀਆਂ ਆਪਾਂ ਉਹ ਸੰਪੂਰਨ ਕਰ ਲਈਆਂ ਸਨ। ਸੋ ਆਓ ਆਰੰਭ ਕਰੀਏ ਜੀ। ਸ਼ਲੋਕ ਮਹਿਲਾ ਤੀਜਾ। ਜੀਉ ਪਿੰਡ ਸਭ ਤਿਸ ਕਾ, ਸਭ ਸੈ ਦੇ ਆਧਾਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਹੈ ਅਤੇ ਸਤਿਗੁਰੂ ਜੀ ਰਹਿਮਤ ਕਰ ਰਹੇ ਹਨ। ਜੀਉ, ਜੀਉ ਦਾ ਅਰਥ ਕੀ ਹੈ ਜੀ? ਜਿੰਦ। ਪਿੰਡ ਦਾ ਅਰਥ ਸਰੀਰ। ਹੁਣ ਪਾਤਸ਼ਾਹ ਜੀ ਆਖਣ ਲੱਗੇ ਨੇ ਜੀਉ ਪਿੰਡ ਸਭ ਤਿਸ ਕਾ, ਕਿ ਜੋ ਉਹ ਮਾਲਕ ਹਰੀ ਹੈ ਸਭ ਜੀਵਾਂ ਨੂੰ ਜਿਹੜਾ ਉਹ ਧਰਵਾਸ ਦਿੰਦਾ ਹੈ, ਭਾਵ ਆਸਰਾ ਦਿੰਦਾ ਹੈ, ਆਧਾਰ ਹੈ ਜਿਹੜਾ, ਕਿ ਇਹ ਜਿੰਦ ਤੇ ਸਰੀਰ ਸਭ ਕੁਝ ਉਸੇ ਦਾ ਹੀ ਦਿੱਤਾ ਹੋਇਆ ਹੈ, ਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਮਾਲਕ ਉਹੀ ਆਪ ਹੈ। ਨਾਨਕ ਗੁਰਮੁਖ ਸੇਵੀਐ, ਸਦਾ ਸਦਾ ਦਾਤਾਰ। ਹੁਣ ਪਾਤਸ਼ਾਹ ਜੀ ਵੇਖੋ ਕਿੰਨੀ ਰਹਿਮਤ ਕਰ ਰਹੇ ਕਿ ਇਹ ਨਾਨਕ ਭਾਵ ਗੁਰੂ ਅਮਰਦਾਸ ਜੀ ਆਖ ਰਹੇ ਨੇ ਕਿ ਗੁਰਮੁਖ ਸੇਵੀ ਹੈ, ਕਿ ਗੁਰੂ ਦੇ ਸਨਮੁਖ ਹੋ ਕਰਕੇ, ਗੁਰੂ ਵੱਲ ਮੁਖ ਕਰਕੇ ਸੇਵੀ ਹੈ, ਸੇਵਾ ਕਰਨੀ ਚਾਹੀਦੀ ਹੈ, ਧਿਆਉਣਾ ਚਾਹੀਦਾ ਹੈ, ਭਾਵ ਮੰਨਣਾ ਚਾਹੀਦਾ ਉਸ ਮਾਲਕ ਦੇ ਹੁਕਮ ਨੂੰ। ਸਦਾ ਸਦਾ ਦਾਤਾਰ, ਜਿਹੜਾ ਮਾਲਕ ਸਦਾ ਸਦਾ ਵਾਸਤੇ ਦਾਤਾਰ ਹੈ, ਜਿਹੜਾ ਸਦਾ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਹਉ ਬਲਿਹਾਰੀ ਤਿਨ ਕੋ, ਜਿਨ ਧਿਆਇਆ ਹਰ ਨਿਰੰਕਾਰ। ਹੁਣ ਪਾਤਸ਼ਾਹ ਜੀ ਆਖ ਰਹੇ ਨੇ ਹਉ ਬਲਿਹਾਰੀ ਤਿਨ ਕੋ, ਕਿ ਮੈਂ ਉਹਨਾਂ ਤੋਂ ਸਦਕੇ ਹਾਂ, ਉਹਨਾਂ ਤੋਂ ਸਦਕੇ ਹਾਂ। ਜਿਨ ਕੋ ਭਾਵ ਉਹਨਾਂ ਤੋਂ, ਬਲਿਹਾਰੀ ਤੋਂ ਭਾਵ ਮੈਂ ਬਲਿਹਾਰ ਹਾਂ। ਜਿਨ ਧਿਆਇਆ ਹਰ ਨਿਰੰਕਾਰ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ, ਜਿਨ੍ਹਾਂ ਨੇ ਉਸ ਹਰੀ ਮਾਲਕ ਨੂੰ ਧਿਆਇਆ ਹੈ, ਸਿਮਰਿਆ ਹੈ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਤੇ ਜਿਹੜੇ ਹਮੇਸ਼ਾ ਹੀ ਉਸ ਮਾਲਕ ਦੇ ਹੁਕਮ ਵਿੱਚ ਰਹਿੰਦੇ ਨੇ, ਜਿਹੜੇ ਸਦਾ ਹੀ ਉਹਨੂੰ ਧਿਆਉਂਦੇ ਨੇ, ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਵਸਾ ਕੇ ਰੱਖਦੇ ਨੇ। ਪਾਤਸ਼ਾਹ ਜੀ ਆਖਣ ਲੱਗੇ ਉਹਨਾਂ ਕੇ ਮੁਖ
ਸਦ ਉਜਲੇ। ਉਜਲ ਤੋਂ ਕੀ ਭਾਵ ਹੈ? ਹਾਂਜੀ, ਉਜਲ ਹੋਣਾ, ਨਿਰਮਲ ਹੋਣਾ, ਪਵਿੱਤਰ ਹੋਣਾ, ਸਦਾ ਦੇ ਲਈ ਖਿੜਾਓ 'ਚ ਰਹਿਣਾ। ਆਮ ਹੀ ਆਪਾਂ ਕੋਈ ਕੱਪੜਾ ਮੈਲਾ ਹੋਇਆ ਵਾ ਧੋਂਦੇ ਨਾ, ਆਪਾਂ ਆਖਦੇ ਕਿ ਬੜਾ ਉਜਲ ਹੋ ਗਿਆ, ਭਾਵ ਬੜਾ ਸੋਹਣਾ ਖਿੜ ਗਿਆ, ਬੜਾ ਸੁੰਦਰ ਲੱਗ ਰਿਹਾ, ਬੜਾ ਉਹ ਸਾਫ਼ ਹੋ ਗਿਆ। ਇਸੇ ਤਰ੍ਹਾਂ ਜਿਹਦੇ ਵਿੱਚੋਂ ਵਿਕਾਰ ਮਿਟ ਗਏ ਨੇ, ਮਾਇਆ ਦਾ ਮੋਹ, ਮਾਇਆ ਜਿਹੜੀ ਹੈ ਉਹਦੀ ਜਿਹਦੀ ਦਾਸੀ ਬਣ ਗਈ, ਮੁੱਕ ਗਈ ਹੈ ਜਿਹਦੇ ਜੀਵਨ ਦੇ ਵਿੱਚੋਂ, ਕਿ ਐਸੇ ਉਹ ਮਨੁੱਖ, ਐਸੇ ਉਹ ਜੀਵ ਜਿਨ੍ਹਾਂ ਨੇ ਮਾਲਕ ਨੂੰ ਧਿਆਇਆ ਹੈ। ਪਿੱਛੇ ਸਤਿਗੁਰੂ ਜੀ ਆਖ ਰਹੇ ਨੇ, ਜਿਨ ਧਿਆਇਆ ਹਰ ਨਿਰੰਕਾਰ। ਜਿਨ੍ਹਾਂ ਨੇ ਧਿਆਇਆ ਹੈ, ਮੈਂ ਉਹਨਾਂ ਤੋਂ ਕੁਰਬਾਨ ਵੀ ਹਾਂ, ਸਦਕੇ ਵੀ ਹਾਂ, ਬਲਿਹਾਰ ਵੀ ਹਾਂ। ਤੇ ਉਹਨਾਂ ਕੇ ਮੁਖ ਸਦ ਉਜਲੇ, ਉਹ ਜਿਹੜੇ ਨੇ ਉਹਨਾਂ ਦੇ ਮੂੰਹ ਸਦਾ ਖਿੜੇ ਰਹਿੰਦੇ ਨੇ, ਭਾਵ ਸਦਾ ਹੀ ਉਜਲ ਰਹਿੰਦੇ ਨੇ, ਸਦਾ ਹੀ ਉਹ ਮਾਲਕ ਦੇ ਨਾਮ ਨਾਲ ਜੁੜੇ ਰਹਿੰਦੇ ਹਨ। ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਤੇ ਸਾਰਾ ਸੰਸਾਰ ਉਹਨਾਂ ਅੱਗੇ ਫਿਰ ਸਿਰ ਨਿਵਾਉਂਦਾ ਹੈ, ਨਮਸਕਾਰ ਕਰਦਾ ਹੈ ਉਹਨਾਂ ਨੂੰ, ਜਿਹੜੇ ਉਸ ਮਾਲਕ ਦੇ ਨਾਲ ਪੂਰਨ ਤੌਰ ਤੇ ਇੱਕਮਿਕ ਹੁੰਦੇ ਹਨ। ਇੱਥੇ ਹੁਣ ਸ਼ਬਦ ਊੜੇ ਨੂੰ ਔਂਕੜ ਨਹੀਂ ਹੈ, ਉਹ ਆਪਾਂ ਉਹਨੂੰ ਉਹਨਾਂ ਪੜ੍ਹਦੇ ਹਾਂ ਆਪਾਂ, ਹੈ ਨਾ। ਤੇ ਜਿਹੜਾ ਇੱਥੇ ਹੈ ਊੜੇ ਦਾ ਮੂੰਹ ਖੁੱਲ੍ਹਾ, ਤੇ ਇਹਦਾ ਕੀ ਮਤਲਬ ਹੈ? ਹੋੜਾ ਹੈ ਊੜੇ ਉੱਤੇ, ਭਾਵ ਫਿਰ ਉਹਨੂੰ ਉਹਨਾਂ, ਊੜੇ ਨੂੰ ਹੋੜੇ ਦੇ ਨਾਲ ਆਪਾਂ ਇਹ ਉਚਾਰਨ ਜਿਹੜਾ ਉਹ ਕਰਨਾ ਹੈ। ਮਹਿਲਾ ਤੀਜਾ। ਸਤਿਗੁਰ ਮਿਲਿਆ ਉਲਟੀ ਪਈ, ਨਵ ਨਿਧ ਖਰਚਿਓ ਖਾਓ। ਹੁਣ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸਲੋਕ ਹੈ ਦੂਸਰਾ ਵੀ। ਹੁਣ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੇਕਰ ਅਸੀਂ ਪਾਵਨ ਬਾਣੀ ਨੂੰ ਦੇਖਦੇ ਹਾਂ, ਤੇ ਉਹਨਾਂ ਦਾ ਮਗਰਲਾ ਸਮਾਂ ਹੈ ਨਾ ਜਿਹੜਾ, ਉਹ ਬਹੁਤਾ ਕੀ ਹੈ, ਦੇਵੀ ਦੇਵਤੇ ਤੇ ਤੀਰਥ ਯਾਤਰਾਵਾਂ ਦੇ ਵਿੱਚੋਂ ਲੰਘਿਆ ਹੈ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਈ ਵਾਰ ਜ਼ਿਆਦਾਤਰ ਉਦਾਹਰਨਾਂ ਜਿਹੜੀਆਂ ਨੇ ਉਸ ਦੇ ਵਿੱਚੋਂ ਦਿੰਦੇ ਨੇ ਕਿ ਸੌਖਾ ਸਮਝ ਆ ਸਕੇ। ਜੋ ਮੈਂ ਉੱਥੇ ਮੰਨਦਾ ਸੀ ਅਸਲ ਦੇ ਵਿੱਚ ਉਹ ਹੈ ਨਹੀਂ ਸੀ, ਪਰ ਮੰਨਿਆ ਆ ਜਾਂਦਾ ਸੀ, ਕਿ ਮੰਨਿਆ ਜਾਂਦਾ ਸੀ ਕਿ ਉਹ ਹੈ, ਆ ਕੁਝ ਹੈ, ਪਰ ਉਹ ਅਸਲ ਵਿੱਚ ਹੈ ਨਹੀਂ ਸੀ। ਪਰ ਉਹ ਮੈਨੂੰ ਕਿੱਥੋਂ ਮਿਲਿਆ? ਗੁਰੂ ਦੇ ਕੋਲੋਂ, ਸੱਚੇ ਗੁਰੂ ਕੋਲੋਂ, ਉਸ ਮਾਲਕ ਕੋਲੋਂ ਮਿਲਿਆ। ਇਸ ਕਰਕੇ ਹੁਣ ਪਾਤਸ਼ਾਹ ਜੀ ਆਖਦੇ ਨੇ, ਸਤਿਗੁਰ ਮਿਲਿਆ ਉਲਟੀ ਭਈ ਨਵ ਨਿਧ। ਨਵ ਨਿਧ ਤੋਂ ਭਾਵ 9 ਖਜ਼ਾਨੇ ਜਿਹਨੂੰ ਆਖਦੇ ਨੇ, ਭਾਵ ਸਤਿਗੁਰੂ ਪਾਤਸ਼ਾਹ ਜੀ ਹੁਣ 9 ਨਿਧ ਨੂੰ ਆਪਾਂ ਦੇਖੀਏ, ਇੱਥੇ ਜਿਹੜਾ ਦੱਸਿਆ ਹੋਇਆ ਹੈ ਕਿ ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿੱਚ ਧਨ ਦਾ ਦੇਵਤਾ ਹੈ ਜਿਹੜਾ, ਉਹ ਕੁਬੇਰ ਨੂੰ ਮੰਨਿਆ ਜਾਂਦਾ ਹੈ। ਕਿ ਜਦੋਂ ਆਪਾਂ ਹਿੰਦੂ ਸ਼ਾਸਤਰਾਂ ਦਾ ਅਧਿਐਨ ਕਰਦੇ ਹਾਂ, ਪੜ੍ਹਦੇ ਹਾਂ, ਤੇ ਉਹਦੇ ਵਿੱਚ ਇਹ ਕੁਝ ਦੱਸਿਆ ਹੋਇਆ। ਯਾਦ ਰੱਖਿਓ, ਸਿੱਖ ਦਾ ਸੰਬੰਧ ਸਿਰਫ ਗੁਰੂ ਨਾਲ ਤੇ ਅਕਾਲ ਪੁਰਖ ਨਾਲ ਹੈ। ਉਹ ਕਿਸੇ ਦੇਵੀ ਦੇਵਤੇ ਦਾ, ਕਿਸੇ ਦਾ ਹੋਰ ਦਾ ਉਪਾਸ਼ਕ ਨਹੀਂ ਹੈ। ਰਹਿਤ ਮਰਿਆਦਾ ਦੇ ਵਿੱਚ ਵੀ ਬਾਕਾਇਦਾ ਅੰਕਿਤ ਹੈ। ਕਿਸੇ ਫੋਟੋ, ਕਿਸੇ ਚਿੱਤਰ, ਕਿਸੇ ਮੂਰਤੀ, ਕਿਸੇ ਦੇਹ ਨੂੰ ਜਿਹੜਾ ਨਹੀਂ ਮੰਨਦਾ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਆਗਿਆਕਾਰ ਹੈ। ਅਸਲ ਸਿੱਖ ਉਹੀ ਹੈ। ਹੁਣ ਪਾਤਸ਼ਾਹ ਜੀ ਰਹਿਮਤ ਕਰਨ ਕਿ ਆਖਦੇ ਨੇ ਕਿ ਫਿਰ ਉਸ ਦਾ ਟਿਕਾਣਾ ਉਹ ਕੈਲਾਸ਼ ਪਰਬਤ ਮੰਨਿਆ ਜਾਂਦਾ ਹੈ, ਜਿਹੜਾ ਕੁਬੇਰ ਹੈ। ਤੇ ਫਿਰ ਉਸ ਦੇ ਖਜ਼ਾਨਿਆਂ ਦੀ ਗਿਣਤੀ 9 ਹੈ, ਕਿ 9 ਖਜ਼ਾਨੇ ਨੇ ਉਹਦੇ ਜਿਹੜੇ ਮੰਨੇ ਜਾਂਦੇ ਨੇ। ਇਹ ਸਿਰਫ ਆਪਾਂ ਗਿਆਨ ਦੇ ਵਾਸਤੇ ਗੱਲ ਕਰ ਰਹੇ ਹਾਂ, ਗੁਰਮਤ ਨਾਲ ਇਹਦਾ ਕੋਈ ਸੰਬੰਧ ਨਹੀਂ ਕਿ 9 ਖਜ਼ਾਨੇ ਅਸੀਂ ਉਹ ਹਾਸਲ ਕਰਨ ਜਾਣੇ ਨੇ, ਪਹਿਲਾਂ ਕੁਬੇਰ ਨੂੰ ਲੱਭੀਏ ਤੇ ਫਿਰ ਜਾ ਕੇ ਕੈਲਾਸ਼ ਪਰਬਤ ਨੂੰ ਵੇਖੀਏ ਕਿੱਥੇ ਜੇ ਬਾਬਾ ਬੈਠਾ ਹੈ, ਤੇ ਫਿਰ ਪੁੱਛੀਏ ਕਿ ਭਾਈ ਸਾਨੂੰ 9 ਖਜ਼ਾਨੇ ਦੇ। ਸਾਡੇ ਵਾਸਤੇ ਗੁਰੂ ਹੀ ਸਭ ਕੁਛ ਹੈ। ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ, ਸਭ ਕੁਝ ਸਾਡੇ ਵਾਸਤੇ ਸਾਡਾ ਗੁਰੂ ਹੀ ਹੈ। ਹੁਣ ਪਾਤਸ਼ਾਹ ਜੀ ਇੱਥੇ ਫਿਰ ਆਖਦੇ ਹਨ, ਸਤਿਗੁਰ ਮਿਲਿਆ। ਜੇ ਸਤਿਗੁਰੂ ਮਿਲ ਪਏ ਕੀ ਹੈ, ਤਾਂ ਉਲਟੀ ਭਈ, ਤਾਂ ਮਨੁੱਖ ਦੀ ਸੁਰਤ ਮਾਇਆ ਵੱਲੋਂ ਉਲਟ ਹੋ ਜਾਂਦੀ ਹੈ, ਹਟ ਜਾਂਦੀ ਹੈ, ਉਲਟਾ ਹੋ ਜਾਣੀ। ਪਾਉ ਕਹਿੰਦੇ ਨੇ ਕਿ ਭਾਈ ਤੂੰ ਪਹਿਲਾਂ ਤਾਂ ਚੰਗਾ ਭਲਾ ਗੱਲ ਮੰਨਦਾ ਸੀ, ਹੁਣ ਤੂੰ ਉਲਟਾ ਹੀ ਹੋ ਗਿਆ, ਕਿ ਇਨਕਾਰੀ ਹੋ ਗਿਆ। ਉਲਟੀ ਭਈ, ਉਲਟਾ ਹੀ ਹੋ ਜਾਣਾ, ਬਿਲਕੁਲ ਪਲਟ ਜਾਣਾ। ਉਹ ਇਸੇ ਕਰਕੇ ਪਾਤਸ਼ਾਹ ਜੀ ਆਖ ਰਹੇ ਹਨ, ਸਤਿਗੁਰ ਮਿਲਿਆ। ਜੇਕਰ ਸਤਿਗੁਰੂ ਮਿਲ ਪਏ
ਜੇਕਰ ਸੱਚੇ ਸਤਿਗੁਰੂ ਦੇ ਸ਼ਬਦ ਦੀ ਪ੍ਰਾਪਤੀ ਹੋ ਜਾਏ ਤੇ ਵੱਡੇ ਤੋਂ ਵੱਡਾ ਵਿਕਾਰੀ ਅਤੇ ਮਾਇਆਧਾਰੀ ਮਨੁੱਖ ਵੀ ਕੀ ਹੈ, ਉਲਟ ਹੋ ਜਾਂਦਾ, ਪਲਟ ਜਾਂਦਾ ਹੈ ਕਿ ਮਾਇਆ ਦਾ ਤਿਆਗ ਕਰ ਦਿੰਦਾ ਹੈ ਕਿ ਵਾਕਈ ਇਹ ਤੇ ਨਾਲ ਨਹੀਂ ਜਾਣੀ। ਸਾਡੇ ਪਾਸ ਅਨੇਕਾਂ ਉਦਾਹਰਨਾਂ ਨੇ, ਭਾਵੇਂ ਭਾਈ ਸੱਜਣ ਜੀ ਦੀ ਗੱਲ ਹੋਵੇ, ਭਾਵੇਂ ਹੋਰ ਭਾਈ ਮਲਕ ਭਾਗੋ ਵਰਗਿਆਂ ਦੀ ਗੱਲ ਹੋਵੇ, ਹੈਗੇ ਨੇ ਨਾ ਐਸੇ ਕਿ ਕਿੰਨੇ ਮਾਇਆਧਾਰੀ ਸਨ, ਪਰ ਜਦੋਂ ਸਤਿਗੁਰੂ ਨਾਲ ਮਿਲਾਪ ਹੋ ਗਿਆ ਕੀ ਹੋ ਗਿਆ, ਉਲਟਾ ਹੋ ਗਿਆ, ਉਲਟੀ ਪਈ, ਉਲਟ ਗਏ ਨੇ। ਭਾਵ ਕਿ ਹੁਣ ਤਿਆਗ ਦਿੱਤਾ ਹੈ ਕਿ ਨਾਲ ਜਾਣ ਵਾਲਾ ਤੇ ਕੁਝ ਵੀ ਨਹੀਂ ਹੈ। ਇਸ ਕਰਕੇ ਪਾਤਸ਼ਾਹ ਜੀ ਕਿ ਜਿਹੜੀ ਮਨੁੱਖ ਦੀ ਸੁਰਤ ਹੁੰਦੀ ਹੈ ਉਹ ਵਿਕਾਰਾਂ ਦੇ ਵੱਲੋਂ, ਮਾਇਆ ਵੱਲੋਂ ਫਿਰ ਹਟ ਜਾਂਦੀ ਹੈ। ਫਲ ਸਤਿਗੁਰੂ ਜੀ ਆਖਦੇ ਹਨ, ਨਵ ਨਿਧ ਖਰਚਿਓ ਖਾਓ। ਪਾਤਸ਼ਾਹ ਜੀ ਆਖਦੇ ਨੇ ਕਿ ਐਸੇ ਮਨੁੱਖ ਨੂੰ ਖਾਣ ਖਰਚਣ ਲਈ ਮਾਨੋ ਜਗਤ ਦੀ ਸਾਰੀ ਹੀ ਮਾਇਆ ਭਾਵ ਸਾਰੇ ਹੀ ਖਜ਼ਾਨੇ ਮਿਲ ਜਾਂਦੇ ਨੇ। ਇਸ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਉਦਾਹਰਣ ਲੈ ਕੇ ਸਮਝਾਇਆ ਹੈ ਕਿ ਉਹ 9 ਖਜ਼ਾਨੇ ਜੋ ਸ਼ਾਸਤਰ ਵੇਦ ਆਦਿ ਮੰਨਦੇ ਨੇ, ਕੁਬੇਰ ਕੋਲ ਨੇ, ਜੋ ਮਨੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਸਤਿਗੁਰੂ ਜੀ ਆਖਦੇ ਨੇ ਕਿ ਉਹਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਸਤਿਗੁਰੂ ਨੂੰ ਮਿਲ ਕੇ ਮਾਇਆ ਦੇ ਵੱਲੋਂ ਹਟ ਜਾਂਦਾ ਹੈ। ਖਾਣ ਖਰਚਣ ਭਾਵ ਪਹਿਨਣ ਦੇ ਲਈ, ਖਾਣ ਦੇ ਲਈ ਸਭ ਕੁਝ ਹੈ ਜਿਹੜਾ ਉਹਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ। ਕਈ ਵਾਰ ਹੁੰਦਾ ਹੈ ਨਾ ਕਿ ਸੰਸਾਰ ਵਿੱਚ ਅਸੀਂ ਆਮ ਦੇਖਦੇ ਹਾਂ ਕਿ ਕਈ ਵਾਰ ਮਨੁੱਖ ਜਦੋਂ ਇਹ ਸੋਚਦਾ ਹੈ ਕਿ ਮੈਂ ਜੋ ਪਾਉਣਾ ਹੈ ਉਹ ਬਹੁਤ ਜ਼ਿਆਦਾ ਮਹਿੰਗਾ ਹੈ ਜਾਂ ਬਹੁਤ ਜ਼ਿਆਦਾ ਚੰਗਾ ਹੈ, ਹੁੰਦਾ ਹੈ ਨਾ ਕਈ ਵਾਰ ਕਿ ਮੈਂ ਉਹ ਫਲਾਣੇ ਥਾਂ ਤੋਂ ਗਿਆ ਸੀ, ਫਲਾਣੀ ਚੀਜ਼ ਲਿਆ ਕੇ ਪਾਈ ਹੈ, ਮੈਂ ਤੇ ਉਹ ਹੀ ਪਾਉਣਾ, ਹੋਰ ਮੈਂ ਪਾਉਂਦਾ ਹੀ ਨਹੀਂ, ਮੇਰੇ ਕੋਲ ਜਾਂ ਹੰਡਦੀ ਨਹੀਂ ਜਾਂ ਮੇਰੇ ਹਿਸਾਬ ਦੇ ਨਾਲ ਮੈਚ ਨਹੀਂ ਕਰਦੀ, ਜਾਂ ਮੈਨੂੰ ਉਹਦਾ ਸ਼ੌਂਕ ਸੀ ਮੈਂ ਉਹਨੂੰ ਲੈ ਲਿਆ। ਇੱਕ ਚੀਜ਼ ਹੋ ਗਈ, ਕਹਿਣ ਤੋਂ ਭਾਵ ਕਿ ਉੱਥੇ ਕਿਤੇ ਨਾ ਕਿਤੇ ਖਿੱਚ ਸੀ। ਪਰ ਹੁਣ ਅਸੀਂ ਕਈ ਵਾਰ ਵੇਖਦੇ ਹਾਂ ਕਿ ਕਈ ਮਨੁੱਖ ਆਰਥਿਕ ਪੱਖੋਂ ਬਹੁਤ ਮਜ਼ਬੂਤ ਹੁੰਦੇ ਆ, ਪਰ ਫਿਰ ਵੀ ਉਹ ਜੇਕਰ ਗੁਰੂ ਦਾ ਸ਼ਬਦ ਕੋਲ ਹੋਏ ਤੇ ਬੜਾ ਸਾਦਾ ਜਾਂ ਸਿੰਪਲ ਜਿਹਾ ਬਾਣਾ ਪਾ ਕੇ ਰੱਖਦੇ ਆ। ਹੈਗਾ ਨਾ ਐਸਾ ਕਿ ਕਹਿਣ ਤੋਂ ਭਾਵ ਹੈ ਕਿ ਦੁਨੀਆ ਦੇ ਨਾਲ, ਇਸ ਤਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਢੱਕਣਾ ਹੈ ਤਨ ਜਿਵੇਂ ਮਰਜ਼ੀ ਢੱਕ ਲਓ, ਮਹਿੰਗੇ ਨੇ ਵੀ ਉਹੀ ਢੱਕਣਾ, ਪਰ ਤੇ ਨਵੇਂ ਨੇ ਵੀ ਉਹੀ ਦੂਜੇ ਨੇ ਵੀ ਉਹੀ ਢੱਕਣਾ। ਕਹਿਣ ਤੋਂ ਭਾਵ ਹੈ ਜੀਵਨ ਦੇ ਵਿੱਚ ਸਾਦਾਪਨ ਹੈ। ਅਸੀਂ ਬਹੁਤੀ ਵਾਰ ਹੋਰ ਸਿਰ ਖਾਣ ਪੀਣ ਦੀ ਗੱਲ ਕਰੀਏ, ਮੈਂ ਫਲਾਣੇ ਰੈਸਟੋਰੈਂਟ ਵਿੱਚ ਜਾ ਕੇ ਬਹਿ ਕੇ ਖਾਣਾ, ਮੈਂ ਫਲਾਣੇ ਦੇ ਵਿੱਚ ਖਾਣਾ, ਉਹਨਾਂ ਦੀ ਇੰਨੀ ਚੀਜ਼ ਇੰਨੇ ਦੀ ਹੈ। ਤੇ ਜੇ ਕੋਈ ਉਹੀ ਨੋਰਮਲ ਹੋਏ ਕਹਿੰਦਾ ਕਿ ਉਹੀ ਉੱਥੋਂ ਆਹ ਚੀਜ਼ ਮਿਲ ਰਹੀ, ਦੂਜੇ ਥਾਂ ਤੋਂ ਉਹਨੇ ਦੀ ਆਹ ਮਿਲ ਰਹੀ ਹੈ, ਮੈਂ ਉੱਥੋਂ ਛਕ ਲੈਣਾ, ਜਾਂ ਕੀ ਹੈ ਮੈਂ ਸਾਦੇ ਪ੍ਰਸ਼ਾਦੇ ਨਾਲ ਹੀ ਜਿਹੜਾ ਹੈ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਨਾ। ਐਸਾ ਜੀਵਨ ਦੇ ਵਿੱਚ ਅੰਤਰ ਹੈ। ਕੋਈ ਵੀ ਮਨੁੱਖ ਆਰਥਿਕ ਪੱਖੋਂ ਮਜ਼ਬੂਤ ਹੈ, ਕੁਝ ਵੀ ਕਰ ਸਕਦਾ, ਖਾ ਸਕਦਾ ਹੈ, ਪਰ ਇੱਕ ਜੀਵਨ ਦੀ ਵੱਖਰੀ ਜਾਂਚ ਹੈ। ਜੀਵਨ ਦਾ ਜਿਉਣਾ ਇੱਕ ਵੱਖਰਾ ਹੈ ਕਿ ਜੀਵਨ ਜਿਉਂਦਿਆਂ ਹੋਇਆਂ ਤੁਹਾਡੇ ਜੀਵਨ ਵਿੱਚ ਸਾਦਾਪਨ ਕਿੰਨਾ ਹੈ, ਤੁਸੀਂ ਨਿਮਾਣੇ ਕਿੰਨੇ ਹੋ, ਤੁਹਾਡੇ ਵਿੱਚ ਜਿਹੜਾ ਤਾਣ ਹੈ ਕਿਤੇ ਮਾਇਆ ਤੇ ਹੰਕਾਰ ਦੇ ਨਾਲ ਤਾਂ ਨਹੀਂ ਭਰਿਆ ਹੋਇਆ, ਸਤਿਗੁਰੂ ਦੇ ਸ਼ਬਦ ਨਾਲ ਭਰਿਆ ਹੋਇਆ, ਫਿਰ ਇਹ ਸਾਦਾਪਨ ਜੀਵਨ ਵਿੱਚ ਆਉਂਦਾ ਹੈ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ। ਹੁਣ ਦੁਨੀਆ ਜਾਂ ਦੇਵੀ ਦੇਵਤੇ ਆਦਿ ਹੋਰ ਜਿਹੜੇ ਜਪ ਤਪ ਆਦਿ ਲੋਕ ਕਰਦੇ ਨੇ, ਅੱਜ ਵੀ ਐਸੇ ਬਥੇਰੇ ਨੇ। ਕੋਈ ਕਿਤੇ ਰਹਿ ਰਿਹਾ ਹੈ, ਕੋਈ ਸਿਵਿਆਂ ਦੇ ਵਿੱਚ ਰਾਤ ਕੱਟਦਾ ਹੈ, ਕੋਈ ਕਿਸੇ ਤਰ੍ਹਾਂ ਦੀ ਕਾਰਜ ਕਰਦਾ ਹੈ ਕਿ ਮੈਨੂੰ ਕੋਈ ਸ਼ਕਤੀ ਪ੍ਰਾਪਤ ਹੋ ਜੇ। ਆਮ ਹੀ ਮਨੁੱਖ ਦੀ ਸੋਚ ਹੁੰਦੀ ਹੈ। ਔਰ ਬਹੁਤੀ ਵਾਰ ਸਾਨੂੰ ਸਾਡੇ ਟੀਵੀ ਦੇ ਮਾਧਿਅਮ ਰਾਹੀਂ ਵੀ ਇਹੋ ਜਿਹਾ ਕੁਝ ਸਿਖਾਇਆ ਜਾਂਦਾ, ਦੱਸਿਆ ਜਾਂਦਾ ਹੈ ਕਿ ਇਹੋ ਜਿਹੀ ਸ਼ਕਤੀ ਹੁੰਦੀ ਹੈ। ਖੈਰ, ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਫੋਟੋਆਂ ਬਣਾ ਬਣਾ ਕੇ ਉਹਦੇ ਹੱਥਾਂ ਦੇ ਵਿੱਚੋਂ ਵੀ ਸ਼ਕਤੀ ਜਾਂਦੀ ਦਿਖਦੀ ਕਿ ਉਹ ਦੇਖੋ ਇੱਦਾਂ ਕਰਕੇ ਜਾ ਰਹੀ ਹੈ ਨਾ। ਐਸਾ ਸਾਨੂੰ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਵੱਲ ਮੋੜਿਆ ਜਾ ਰਿਹਾ ਕਿ ਉੱਧਰ ਮਨੁੱਖ ਜਾਏ, ਜਿੱਥੋਂ ਗੁਰੂ ਨਾਨਕ ਸਾਹਿਬ ਕੱਢ ਕੇ ਗਏ ਸੀ ਉੱਥੇ ਫਿਰ ਲਿਜਾਇਆ ਜਾ ਰਿਹਾ ਕਿ ਉੱਧਰ ਹੀ ਜਾਓ। ਖੈਰ, 18 ਸਿੱਧੀ ਕਿ ਜਿਨ੍ਹਾਂ ਨੂੰ ਸੰਸਾਰ ਮੰਨਦਾ ਹੈ ਕਿ ਇਹ 18 ਸਿੱਧੀਆਂ ਨੇ, ਭਾਵ 18 ਸਿੱਧੀਆਂ ਆਤਮਿਕ ਸ਼ਕਤੀਆਂ, ਬਹੁਤ ਵੱਡਾ ਹੋ ਜਾਣਾ, ਬਹੁਤ ਛੋਟਾ ਹੋ ਜਾਣਾ, ਲੰਮਾ ਹੋ ਜਾਣਾ, ਦੂਰ ਤੱਕ ਸੁਣ ਲੈਣਾ, ਆਪਣਾ ਭੇਸ ਬਦਲ ਲੈਣਾ, ਇਤਿਹਾਤਕ ਕਈ ਪ੍ਰਕਾਰ ਦੇ ਕਿ ਇਹ 18 ਸਿੱਧੀਆਂ ਵਿੱਚ ਕੀ ਫਿਰ ਪਾਤਸ਼ਾਹ ਜੀ ਆਖਣ ਲੱਗੇ ਜਿਹੜਾ ਮਾਲਕ ਨਾਲ ਜੁੜ ਜਾਂਦਾ ਹੈ ਕੀ ਹੈ,
ਫਿਰ ਇਹ 18 ਸਿੱਧੀਆਂ ਭਾਵ ਇਹ 18 ਸ਼ਕਤੀਆਂ ਆਤਮਿਕ ਸ਼ਕਤੀਆਂ ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ, ਪਰ ਉਹ ਪ੍ਰਵਾਹ ਨਹੀਂ ਕਰਦਾ ਤੇ ਆਪਣੇ ਹਿਰਦੇ ਵਿੱਚ ਅਡੋਲ ਰਹਿੰਦਾ ਹੈ, ਟਿਕਿਆ ਰਹਿੰਦਾ ਹੈ ਆਪਣੇ ਹਿਰਦੇ ਵਿੱਚ। ਲੱਖ ਭਾਵੇਂ ਉਹਦੇ ਸਾਹਮਣੇ ਕੁਝ ਮਰਜ਼ੀ ਆ ਜਾਏ, ਉਹ ਤਾਂ ਵੀ ਆਪਣੇ ਹਿਰਦੇ ਦੇ ਵਿੱਚ ਮਾਲਕ ਦੇ ਹੁਕਮ ਦੇ ਅਨੁਸਾਰ ਟਿਕਿਆ ਜਿਹੜਾ ਹੈ ਉਹ ਰਹਿੰਦਾ ਹੈ। ਅਨਹਦ ਧੁਨੀ ਸਦ ਵੱਜਦੇ, ਉਨ ਮਨ ਹਰ ਲਿਵ ਲਾਏ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਸਹਿਜ ਸੁਭਾਏ ਇੱਕ ਰਸ ਅਨਹਦ ਧੁਨੀ। ਅਨਹਦ ਧੁਨੀ ਤੋਂ ਭਾਵ ਹੈ ਅਨਹਦ ਲਗਾਤਾਰ ਇੱਕ ਰਸ ਵੱਜਣ ਵਾਲਾ। ਕੋਈ ਵੀ ਸਾਜ਼ ਜਿਹੜਾ ਹੈ ਉਹਨੂੰ ਜਦੋਂ ਇੱਕ ਸਾਰ ਵੱਜੇ ਉਹਨੂੰ ਅਨਹਦ ਕਿਹਾ ਜਾਂਦਾ, ਲਗਾਤਾਰ ਵੱਜਦਾ ਰਹੇ। ਬਹੁਤੀ ਵਾਰ ਇਹ ਸ਼ਬਦ ਉਸ ਮਾਲਕ ਲਈ ਵਰਤਿਆ ਜਾਂਦਾ ਕਿ ਉਹ ਅਨਹਦ ਹੈ, ਸਾਰਿਆਂ ਦੇ ਅੰਦਰ ਇੱਕ ਰਸ ਹੈ, ਇੱਕੋ ਜਿਹਾ ਜਿਹੜਾ ਹੈ ਵਿਆਪਕ ਹੈ ਇੱਕ ਰਸ। ਕਿ ਸਹਿਜ ਸੁਭਾਏ ਇੱਕ ਰਸ ਉਸ ਦੇ ਅੰਦਰ ਸਿਮਰਨ ਦੀ, ਮਾਲਕ ਦੇ ਹੁਕਮ ਦੀ, ਰਜ਼ਾ ਦੀ ਰੌਂ ਜਿਹੜੀ ਉਹ ਚੱਲਦੀ ਰਹਿੰਦੀ ਹੈ। ਅਨਹਦ ਧੁਨੀ ਸਦ ਵੱਜਦੀ, ਸਦਾ ਦੇ ਲਈ ਉਹਦੇ ਅੰਦਰ ਵੱਜਦੀ ਰਹਿੰਦੀ ਹੈ। ਉਨ ਮਨ ਹਰ ਲਿਵ ਲਾਏ, ਪਿਆਰ ਦੀ ਤਾਂਗ ਵਿੱਚ ਉਹ ਹਰੀ ਨਾਲ ਬਿਰਤੀ ਫਿਰ ਜੋੜੀ ਰੱਖਦਾ ਹੈ ਕਿ ਉਹਦਾ ਸਨੇਹ ਹੈ ਉਹਦੇ ਨਾਲ। ਕਿ ਕਈ ਵਾਰ ਹੁੰਦਾ ਹੈ ਸਮਾਜ ਵਿੱਚ ਅਸੀਂ ਵਿਚਰੀਏ ਤੇ ਜਿਹਦੇ ਨਾਲ ਸਾਡਾ ਪ੍ਰੇਮ ਹੋਵੇ ਨਾ, ਬਹੁਤ ਜ਼ਿਆਦਾ ਪ੍ਰੇਮ ਹੋਵੇ, ਸਨੇਹ ਹੋਵੇ, ਤੇ ਸਾਨੂੰ ਕੋਈ ਤੀਸਰਾ ਬੰਦਾ ਆ ਕੇ ਆਖੇ ਯਾਰ ਤੂੰ ਆਹ ਕੰਮ ਐਂ ਕਰਦੇ ਉਹਦੇ ਨਾਲ ਤੇ ਮੈਂ ਤੈਨੂੰ ਆਹ ਕੁਝ ਦੇ ਦਿਆਂਗਾ, ਆਪਾਂ ਕਹੇ ਨਹੀਂ ਨਹੀਂ ਮੈਂ ਉਸ ਬੰਦੇ ਨਾਲ ਨਹੀਂ ਕਰ ਸਕਦਾ, ਮੇਰਾ ਪਿਆਰ ਹੈ। ਇਸੇ ਤਰ੍ਹਾਂ ਫਿਰ ਉਹਦਾ ਮਾਲਕ ਨਾਲ ਪ੍ਰੇਮ ਬਣਿਆ ਰਹਿੰਦਾ ਹੈ। 18 ਸਿੱਧੀਆਂ ਤੇ 9 ਖਜ਼ਾਨੇ ਉਹਦੇ ਸਾਹਮਣੇ ਪਏ ਹੋਣ ਤਾਂ ਵੀ ਆਖਦਾ ਕਿ ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ, ਮੈਨੂੰ ਮਾਲਕ ਦੀ ਰਜ਼ਾ ਤੇ ਉਹ ਹੀ ਜਿਹੜਾ ਉਹ ਪਿਆਰਾ ਹੈ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ। ਪਾਤਸ਼ਾਹ ਜੀ ਆਖਣ ਲੱਗੇ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ। ਭਗਤ ਤੋਂ ਭਾਵ ਭਗਤੀ। ਕਿ ਹੈ ਨਾਨਕ ਹਰੀ ਦੀ ਇਹੋ ਜਿਹੀ ਭਗਤੀ ਉਹਨਾਂ ਦੇ ਹਿਰਦੇ ਵਿੱਚ ਵਸਦੀ ਹੈ। ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਧੁਰ ਪਾਏ। ਜਿਨ੍ਹਾਂ ਦੇ ਮਸਤਕ ਤੇ ਆਪਣੇ ਪਿਛਲੇਰੇ ਕੀਤੇ ਸੰਸਕਾਰਾਂ ਕਰਮਾਂ ਦੇ ਅਨੁਸਾਰ ਉਸ ਮਾਲਕ ਨੇ ਧੁਰ ਤੋਂ ਭਗਤੀ ਵਾਲੇ ਜਿਹੜੇ ਉਹਨਾਂ ਦੇ ਸੰਸਕਾਰ ਲਿਖੇ ਹਨ। ਭਾਵ ਕਿ ਜਿਨ੍ਹਾਂ ਨੇ ਪਹਿਲਾਂ ਐਸੇ ਕਰਮ ਕੀਤੇ ਨੇ ਤੇ ਇਸ ਕਰਕੇ ਹੁਣ ਉਹਨਾਂ ਨੂੰ ਮਾਲਕ ਦੀ ਭਗਤੀ, ਨਾਮ ਸਿਮਰਨ ਤੇ ਰਜ਼ਾ ਪ੍ਰਾਪਤ ਹੋਈ ਹੈ। ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਬੜਾ ਹੀ ਸੌਖਾ ਅਰਥ ਹੈ ਇਸ ਦਾ। ਤੇ ਹਉ ਢਾਡੀ ਹਰ ਪ੍ਰਭ ਖਸਮ ਕਾ, ਕਿ ਮੈਂ ਪ੍ਰਭੂ ਖਸਮ ਦਾ ਢਾਡੀ ਹਰ ਕੈ ਦਰ ਆਇਆ ਅਤੇ ਪ੍ਰਭੂ ਦੇ ਦਰ ਤੇ ਆਇਆ ਹਾਂ, ਅਪੜਿਆ ਹਾਂ, ਪਹੁੰਚਿਆ ਹਾਂ। ਹੁਣ ਢਾਡੀ ਸ਼ਬਦ ਹੈ ਜਿਹੜਾ, ਢਾਡੀ ਤੋਂ ਭਾਵ ਹੈ ਕਿ ਉਸ ਮਾਲਕ ਦੀ ਕਿਰਤੀ ਮਾਲਕ ਦੇ ਸਾਹਮਣੇ ਖਲੋ ਕੇ ਕਰਨੀ, ਕੀਰਤੀ ਉਸਤਤ ਵਡਿਆਈ ਕਰਨੀ ਉਹਦੇ ਰਾਹੀਂ। ਇਸੇ ਤਰ੍ਹਾਂ ਢਾਡੀ ਸ਼ਬਦ ਹੋਰ ਵੀ ਕਈ ਥਾਵਾਂ ਤੇ ਗੁਰਬਾਣੀ ਦੇ ਵਿੱਚ ਜਿਹੜਾ ਹੈ ਵਰਤਿਆ ਗਿਆ ਹੈ। ਇਸ ਕਰਕੇ ਹੁਣ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰ ਰਹੇ ਹਾਂ ਕਿ ਮੈਂ ਤੇਰਾ ਹੀ ਢਾਡੀ ਹਾਂ, ਤੇਰਾ ਹੀ ਨਾਮ ਜਪਦਾ, ਤੇਰੀ ਵਡਿਆਈ ਕਰਦਾ ਤੇ ਤੇਰੇ ਦਰ ਤੇ ਮੈਂ ਪਹੁੰਚਿਆ ਹੋਇਆ। ਹੁਣ ਇੱਥੇ ਇਕੱਲਾ ਇਹ ਵੀ ਨਾ ਸਮਝ ਲਈਏ ਕਿ ਜਿਹੜੇ ਖਾਸ ਕੁਝ ਸਾਜ਼ਾਂ ਦੇ ਨਾਲ ਜਿਹੜਾ ਹੈ ਉਹ ਢਾਡੀ ਵਾਰਾਂ ਗਾਉਂਦੇ ਨੇ ਉਹ ਨੇ, ਐਸਾ ਨਹੀਂ ਹੈ। ਭਾਵ ਅਸੀਂ ਵੀ ਸਾਰੇ ਉਸ ਮਾਲਕ ਦੀ ਵਡਿਆਈ ਕਰਨ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤੇ ਅਸੀਂ ਵੀ ਉਹਦੇ ਦਰ ਤੇ ਪਹੁੰਚੇ ਹਾਂ ਕਿ ਮੈਂ ਤੇਰਾ ਹੀ ਢਾਡੀ ਹਾਂ, ਮੈਂ ਤੇਰੇ ਦਿੱਤੇ ਬੋਲ ਹੀ ਗਾ ਰਿਹਾ, ਤੇਰੀ ਵਡਿਆਈ ਕਰਨ ਆਇਆ। ਇਸ ਕਰਕੇ ਮੈਂ ਤੇਰਾ ਹਾਂ, ਤੇਰੀ ਵਡਿਆਈ ਕਰਨ ਲਈ ਢਾਡੀ ਰੂਪ ਹੋ ਕਰਕੇ ਮੈਂ ਤੇਰੇ ਕੋਲ ਜਿਹੜਾ ਉਹ ਤੇਰੀ ਵਡਿਆਈ ਕਰਨ ਲਈ ਪਹੁੰਚਿਆ ਹਾਂ, ਅਪੜਿਆ ਹਾਂ। ਕੀਰਤੀ ਕਰਨੀ, ਕੀਰਤਨ ਕਰਨਾ, ਇਕੱਲਾ
ਰਾਗੀ ਸਿੰਘਾਂ ਵਾਸਤੇ ਨਹੀਂ ਸ਼ਬਦ ਹੈ, ਸਾਡੇ ਸਾਰਿਆਂ ਵਾਸਤੇ। ਕੀਰਤਨ ਕਰਨ ਤੋਂ ਭਾਵ ਕੀਰਤੀ ਕਰਨੀ, ਉਹਦੇ ਨਾਮ ਸ਼ਬਦ ਦੇ ਅਨੁਸਾਰ ਆਪਣਾ ਜੀਵਨ ਬਿਤਾਉਣਾ, ਇਹ ਹੈ ਕੀਰਤੀ। ਕਥਾ ਵਿਚਾਰ ਕਰਨ ਤੋਂ ਭਾਵ ਹੈ ਕਿ ਆਪਣਾ ਅੰਦਰ ਹੈ ਜਿਹੜਾ ਆਪਣਾ ਜੀਵਨ ਹੈ ਗੁਰੂ ਦੇ ਸ਼ਬਦ ਦੇ ਨਾਲ ਉਹਨੂੰ ਸਵਾਰਨਾ, ਇਹ ਹੈ ਵਿਚਾਰ, ਇਹ ਹੈ ਕਥਾ। ਕਿਸੇ ਵੀ ਤਰੀਕੇ ਦੇ ਨਾਲ ਨਮਸਕਾਰ ਕਰਨੀ, ਉਹ ਵੀ ਕੀ ਹੈ, ਉਹਦੀ ਕੀਰਤੀ ਹੈ, ਉਹਦੀ ਰਜ਼ਾ ਹੈ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਹੁਣ ਢਾਡੀ ਹੈ ਜਿਹੜਾ, ਢਾਡੀ ਉਸ ਮਾਲਕ ਦੀ ਵਡਿਆਈ ਕਰਦਾ ਹੈ, ਤੇ ਢਾਡੀ ਜਦੋਂ ਪੁਕਾਰ ਕਰਦਾ ਬੜੀ ਉੱਚੀ ਉੱਚੀ ਗਾਉਂਦਾ ਹੈ, ਕਿਉਂਕਿ ਸਹਿਜੇ ਹੈ ਕਿ ਜਦੋਂ ਅਸੀਂ ਢਾਡੀਆਂ ਨੂੰ ਵੇਖਦੇ ਹਾਂ ਤੇ ਆਮ ਮਨੁੱਖ ਗਾ ਨਹੀਂ ਸਕਦਾ ਉਹਨਾਂ ਦੀ ਤਰ੍ਹਾਂ। ਜੋ ਉਹਨਾਂ ਦੀ ਗਾਉਣ ਸ਼ੈਲੀ ਹੁੰਦੀ ਹੈ, ਉਹ ਬੜੇ ਬੜੇ ਰਿਆਜ਼ ਕਰਨਾ ਪੈਂਦਾ ਹੈ, ਉਹਨਾਂ ਦੇ ਗਲਾ ਹੈ ਜਿਹੜਾ ਉਹਨੂੰ ਬੜੇ ਲੰਬੇ ਸਮੇਂ ਵਾਸਤੇ ਪਕਾਉਣਾ ਪੈਂਦਾ ਹੈ ਕਿ ਉਹ ਉਹਨਾਂ ਉੱਚੀ ਬੋਲ ਸਕਣ, ਕਿਉਂਕਿ ਸਹਿਜੇ ਹੈ ਨਾ। ਅਸੀਂ ਕਈ ਵਾਰੀ ਆਪਾਂ ਜਦੋਂ ਸੋਚਦੇ ਹਾਂ, ਕਹਿੰਦੇ ਕਿ ਢਾਡੀ ਵਾਰਾਂ ਸੁਣਨ ਵਾਸਤੇ ਕੰਨ ਵੀ ਚਾਹੀਦੇ, ਕਿਉਂਕਿ ਅੱਜ ਐਸੇ ਹੈ ਨਹੀਂ ਹੈ ਕਿ ਛੋਟੇ ਮੋਟੇ ਦੀਵਾਨ ਦੇ ਵਿੱਚ ਢਾਡੀ ਵਾਰਾਂ ਗਾਈਆਂ ਵੀ ਨਹੀਂ ਜਾ ਸਕਦੀਆਂ, ਕਿਉਂਕਿ ਉਹਨਾਂ ਨੂੰ ਆਵਾਜ਼ ਖੁਦ ਨੂੰ ਵੀ ਜ਼ਿਆਦਾ ਚਾਹੀਦੀ ਹੁੰਦੀ ਤੇ ਆਵਾਜ਼ ਹੁੰਦੀ ਵੀ ਜ਼ਿਆਦਾ ਹੈ। ਮਾੜਾ ਸਪੀਕਰ ਸਾਊਂਡ ਹੈ ਉਹ ਚੰਗੇ ਢਾਡੀ ਵਾਰਾਂ ਦੀ ਉਹ ਕਾਢ ਨਹੀਂ ਕੱਢ ਸਕਦਾ, ਉਹ ਪਾੜ ਜਾਂਦੇ ਪੱਤੇ ਉਹਨਾਂ ਦੇ, ਕਿਉਂਕਿ ਉਸ ਮਾਲਕ ਦੀ ਵਡਿਆਈ। ਇਸੇ ਤਰ੍ਹਾਂ ਕਿ ਇੰਨੇ ਜ਼ੋਰ ਦੇ ਨਾਲ, ਇਸ ਤਰੀਕੇ ਦੇ ਨਾਲ ਮੈਂ ਤੇਰੀ ਕੀਰਤੀ ਕਰ ਰਿਹਾ, ਤੇਰੀ ਵਡਿਆਈ ਕਰ ਰਿਹਾ ਹਾਂ। ਹਰ ਅੰਦਰ ਸੁਣੀ ਪੁਕਾਰ, ਕਿ ਪ੍ਰਭੂ ਦੇ ਦਰਬਾਰ ਵਿੱਚ ਮੇਰੀ ਢਾਡੀ ਦੀ ਪੁਕਾਰ ਸੁਣੀ ਗਈ, ਕਿ ਵਡਿਆਈ ਜਿਹੜੀ ਮੈਂ ਕੀਤੀ ਹੈ, ਤੈਨੂੰ ਆਵਾਜ਼ਾਂ ਮਾਰੀਆਂ ਨੇ, ਤੈਨੂੰ ਜਿਹੜਾ ਹੈ ਮੈਂ ਯਾਦ ਕੀਤਾ ਹੈ, ਤੇ ਮੇਰੀ ਹੁਣ ਢਾਡੀ ਦੀ ਪੁਕਾਰ ਹੈ ਜਿਹੜੀ ਉਹ ਸੁਣੀ ਗਈ ਹੈ। ਅਤੇ ਢਾਡੀ ਮੁਖ ਲਾਇਆ, ਮੁਖ ਲਾਇਆ ਤੋਂ ਭਾਵ ਕਿ ਤੇਰਾ ਮੁਖ ਮੈਨੂੰ ਪ੍ਰਾਪਤ ਹੋ ਗਿਆ, ਕਿ ਤੇਰਾ ਦਰਸ਼ਨ ਮੈਨੂੰ ਪ੍ਰਾਪਤ ਹੋ ਗਿਆ, ਤੂੰ ਮੇਰੇ ਅੰਦਰ ਪ੍ਰਗਟ ਹੋ ਗਿਆ ਹੈ, ਮੈਨੂੰ ਦਰਸ਼ਨ ਪ੍ਰਾਪਤ ਹੋਇਆ ਹੈ। ਹਰ ਪੁੱਛਿਆ ਢਾਡੀ ਸਦਕੈ, ਕਿਤ ਅਰਥ ਤੂੰ ਆਇਆ। ਹੁਣ ਜਦੋਂ ਅਸੀਂ ਵੇਖਦੇ ਹਾਂ, ਜਦੋਂ ਢਾਡੀ ਕੋਈ ਵੀ ਵਾਰ ਗਾਉਂਦੇ ਨੇ, ਉਹਦੇ ਵਿੱਚ ਹੀ ਸਵਾਲ ਹੁੰਦੇ ਨੇ, ਵਿੱਚ ਹੀ ਉੱਤਰ ਹੁੰਦੇ ਨੇ। ਉਹ ਇੱਕ ਕਵੀ ਦੀ ਕਲਪਨਾ ਹੁੰਦੀ ਹੈ ਕਿ ਇੰਜ ਹੋ ਰਿਹਾ ਸੀ, ਇੰਜ ਹੋ ਰਿਹਾ ਸੀ। ਜਦੋਂ ਵੀ ਆਪਾਂ ਸੁਣਦੇ ਹਾਂ ਕਿ ਜੇਕਰ ਬਹੁਤ ਧਿਆਨ ਦੇ ਨਾਲ ਕਿਸੇ ਵੀ ਕਵਿਤਾ ਨੂੰ, ਕਿਸੇ ਵੀ ਗਾਇਨ ਨੂੰ, ਕਿਸੇ ਵੀ ਕਹਾਣੀ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਜਾਏ, ਸੁਣਾਉਣ ਵਾਲਾ ਵੀ ਜਿਹੜਾ ਹੈ ਭਿੱਜ ਕੇ ਸੁਣਾਵੇ ਤੇ ਸੁਣਨ ਵਾਲਾ ਵੀ ਭਿੱਜ ਕੇ ਸੁਣੇ, ਤੇ ਉਹਦੀ ਤਸਵੀਰ ਕੀ ਹੈ ਸਾਡੇ ਅੰਦਰ ਬਣਦੀ ਜਾਂਦੀ ਉਸੇ ਤਰ੍ਹਾਂ ਕਿ ਹਾਂਜੀ ਇੱਦਾਂ ਹੋ ਰਿਹਾ, ਇੱਦਾਂ ਹੋ ਰਿਹਾ, ਐਸਾ ਹੁੰਦਾ ਨਾ। ਇਸੇ ਤਰ੍ਹਾਂ ਹੁਣ ਪਾਤਸ਼ਾਹ ਜੀ ਆਖਦੇ ਨੇ ਕਿ ਹੁਣ ਉਹ ਤਸਵੀਰ ਖਿੱਚ ਰਹੇ ਨੇ ਕਿ ਹਰ ਪੁੱਛਿਆ ਢਾਡੀ ਸਦਕੇ, ਕਿ ਉਸ ਮਾਲਕ ਨੇ ਪੁੱਛਿਆ ਢਾਡੀ ਸਦਕੇ, ਕਿ ਮੈਨੂੰ ਢਾਡੀ ਨੂੰ ਸੱਦ ਕੇ ਪੁੱਛਿਆ, ਕਿ ਹੁਣ ਪੁੱਛਿਆ ਹੈ ਕਿ ਜਦੋਂ ਆਵਾਜ਼ਾਂ ਮਾਰੀਆਂ ਨੇ, ਉਹਦੀ ਵਡਿਆਈ ਕੀਤੀ ਹੈ, ਕਿਤ ਅਰਥ ਤੂੰ ਆਇਆ। ਕਿਤ ਅਰਥ ਤੋਂ ਭਾਵ ਕੰਮ, ਕਿ ਕਿਸ ਕੰਮ ਤੂੰ ਆਇਆ, ਕਾਹਦੇ ਲਈ ਵਡਿਆਈ ਕਰ ਰਿਹਾ, ਕਾਹਦੇ ਲਈ ਮੈਨੂੰ ਆਵਾਜ਼ਾਂ ਜਿਹੜੀਆਂ ਉਹ ਮਾਰ ਰਿਹਾ ਹੈ, ਕਿਸ ਕੰਮ ਦੇ ਲਈ ਆਇਆ ਹੈ। ਨਿਤ ਦੇਵੋ ਦਾਨ ਦਇਆਲ ਪ੍ਰਭ, ਹਰ ਨਾਮ ਧਿਆਇਆ। ਹੁਣ ਪਾਤਸ਼ਾਹ ਜੀ ਅੱਗੋਂ ਆਖ ਰਹੇ ਨੇ ਕਿ ਮੈਂ ਫਿਰ ਢਾਡੀ ਰੂਪ ਹੋ ਕੇ ਅੱਗੋਂ ਬੇਨਤੀ ਕੀਤੀ ਹੈ, ਕਿ ਮੈਂ ਬੇਨਤੀ ਕੀਤੀ ਹੈ, ਹੇ ਦਇਆਲ ਪ੍ਰਭੂ ਸਦਾ ਇਹੀ ਦਾਨ ਬਖਸ਼ੋ ਕਿ ਮੈਂ ਤੇਰੇ ਨਾਮ ਦਾ ਸਿਮਰਨ ਕਰਾਂ, ਸਦਾ ਹੀ ਤੇਰੇ ਨਾਮ ਵਿੱਚ, ਤੇਰੀ ਭਗਤੀ ਵਿੱਚ, ਤੇਰੀ ਰਜ਼ਾ ਦੇ ਵਿੱਚ ਜਿਹੜਾ ਹੈ ਮੈਂ ਉਹ ਜੁੜਿਆ ਰਹਾ। ਨਿਤ ਦੇਵੋ ਦਾਨ, ਕਿ ਨਿਤ ਵਾਸਤੇ, ਸਦਾ ਦੇ ਲਈ, ਹਰ ਸਮੇਂ, ਹਰ ਪਲ, ਹਰ ਖਿੰਦੇ ਲਈ ਮੈਨੂੰ ਇਹ ਦਾਨ ਬਖਸ਼ੋ, ਹਰ ਨਾਮ ਧਿਆਇਆ, ਕਿ ਮੈਂ ਤੇਰਾ ਨਾਮ ਧਿਆਉਂਦਾ ਰਹਾਂ, ਤੇਰੇ ਨਾਮ ਵਿੱਚ, ਤੇਰੀ ਰਜ਼ਾ ਵਿੱਚ ਮੈਂ ਜੁੜਿਆ ਰਹਾਂ।
हर दातै हर नाम जपाया, नानक पै नाया। हुण सतगुरु पातशाह जी हुण इस अखीरली पौड़ी की अखीरली पंक्ति दे विच रहमत कर रहे हैं कि बेनती सुन के कि उस मालक नूं फिर जिहड़ी मैं बेनती की, जदों मालक ने मैनूं पुछया कि दस भाई ढाडी किहड़े काम आया, काहदे लई वडियाई ते इन्नियां आवाज़ां उच्ची उच्ची मार रहे हैं, इस करके फिर हुण मैं फिर जदों आख्या है ते बेनती सुन के हर दातै हर नाम जपाया कि दतार हरि ने अपना नाम मैथों जपाया है, मैनू दिता है, मैनू समझाया है अते नानक पहनाया, मैनू नानक नूं वडियाई भी फिर जिहड़ी है वो दिती है, बख्शी है, रहमत है जिहड़ी वो मेरे उत्ते कीती है। इत्थे हुण पिछले अंक असीं वेखणे करिए। अंक है 21। 21 अंक काहदे लई है, किस चीज़ की गिनती है 21? हाँ जी, पहली लाइन विचों पहला मित्रों पुछ लवां जी, पहली लाइन दे विचों कोई कि ये 21 गिनती किस लई आई है? 21। हाँ जी, कोई एक पहली लाइन विचों कोई भी उत्तर? हाँ जी, पिछली लाइन विचों। अच्छा जी, तुहाडे वल्लों एक उत्तर हो गया कि पौड़ियां की गिनती है। हाँ जी, इधरों जी ठीक है, तुहाडे वल्लों सलोकां की गिनती कह सकते। हाँ जी, पिछे तो पिछले पासे पौड़ियां हन, सलोक हन जां होर कासे की गिनती? हाँ जी, सलोक, ठीक है जी। हाँ जी, पिछली लाइन दे विच सरदार जसपाल सिंह जी, हाँ जी, सलोकां की गिनती है, ठीक है जी। हाँ जी, पहली लाइन विचों सलोकां वाले कौन है, पौड़ियां वाले कौन है? पौड़ियां जी, इधर भी पौड़ियां तुहाडे, तुसीं पहला सलोक नहीं किया सी? हाँ जी, फिर तुसीं ठीक है। ये की है आपां विचार की कीती सी, हुण शुरू दे विच वेखो जाके जिथों ये वार आरंभ हुंदी है उत्थों अंक जिहड़ा कढना करो, जिथों वार आरंभ हुंदी है आपां उत्थों ही जावांगे ते फिर आपां नूं सौखा समझ आ जाएगा। हाँ जी, की लिखिया होया इत्थे? एक ओंकार सतगुर प्रसाद, श्री राग की वार महला चौथा, सलोकां नाल। फिर गिनती काहदी होएगी? सलोक नाल लिखे हुए है। गिनती की है? पौड़ी वार काहदी हुंदी है? वार पुराने समय दे विच किस चीज़ की हुंदी सी? आपां भी साझा कीता सी। पुराने समय विच वार किस तरह गाई जाती सी? इकल्लियां पौड़ियां हुंदियां सन। हुण इत्थे सामने लिखिया तो है कि वार चौथे पातशाह जी की, पर की है सलोकां नाल सलोक भी ने कि वार चौथे पातशाह जी की, पौड़ियां की ने चौथे पातशाह जी दियां हन, गुरु रामदास जी दियां हन, ते नाल की है सलोक भी है। वो किसी भी गुरु साहब दे हो सकते हैं। आपां बड़ा चंगी तरह साझा कीता सीगा। आपां शुरू भी हुण जदों विचार कीती है, शायद तुसीं ख्याल नहीं कीता कि ये कहा सी कि 20 पौड़ियां दी विचार आपां पूरी कर लई है। एक पौड़ी भुल गए, फिर इन्नी छेती आई तो मिनट ही 20 होए आपां नूं। कहण तो भाव है कि एक एक चीज़ नूं आपां ध्यान नाल देखना हुंदा है कि 21 पौड़ियां ने, पौड़ियां दे नाल सलोक देखो, विच सलोक वध भी आए घट भी आए, नाल लिखिया होया है कि किहड़े पातशाह जी दा है। गिनती पौड़ियां दी होवेगी, जदों वार आएगी उदों गिनती पौड़ियां दी होवेगी। सलोक किसी भी पातशाह जी दे हो सकते, वो पौड़ी दे विच ही सलोकां दी गिनती हो जाएगी। इत्थे देखो हुण शायद इत्थे जिहड़ा है वो आपां देखीए, ये देखो ये जदों आपां 21 नंबर शुरू किया है, इत्थे लिखिया सलोक महला तीजा जीओ पिंड सब तिसदा कीता है ना। ये जदों खत्म होया है अंक कितना है? एक अंक आ गया है। फिर महला तीजा सतगुर मिले उल्टी भई नवनित खर्चियो खाओ, ये समाप्ति ते अंक कितना है?
2 ਸ਼ਲੋਕ हो गए ना, ये इत्थों तक निबड़ गया है। तो हुण पौड़ी है जिहड़ी, पौड़ी की गिनती है वो वखरी चल रही है 21, तो मगरले पासे एक पाया है, भाव एक वार है जिहड़ी जो पिछों शुरू हुई सी वो इत्थे संपूर्ण हो गई है। अगे पाया पातशाह जी ने सुध, बहुती वार जिहड़ा आख्या जाता है ये पढ़ना चाहिए है, नहीं पढ़ना चाहिए है। कहने तो भाव है ये सतगुरु जी ने लिखिया होया कि ये जो पिछे दर्ज कर दिता गया है ये की है, सुध है। क्योंकि जो उतारे किए जाते सन इस दे लई शब्द लिखिया जाता सी कि इत्थों तक उतारा कर लिया जाए, ये की है, सुध या सुध कीचे भी कई बार शब्द आएगा। कहने तो भाव है कि ये पढ़िया जाए ना पढ़िया जाए कोई बहुता फर्क नहीं पैंदा है। बहुतियां संगतां वालों पढ़िया भी जाता है, नहीं भी पढ़िया जाता है, पर की है ये इस पिछली लिखी हुई बाणी का की है बारे दसिया होया कि ये बाणी शुद्ध हो चुकी है, इहदियां मात्रावां लगा ने जिहड़ियां वो सारियां ठीक ने, ते इहदे उतारे कर लए जाण। हाँ जी, नहीं इत्थे सुध जिहड़ा है, सुध कीचे शब्द भी अगे आएगा, आप साझा किया सुध कीचे शब्द भी आएगा अगे जाके। कहने तो भाव है कि पिछला जो है वो सारा संपूर्ण है। खैर पातशाह जी रहमत करन कि आप अगली विचार दे वल जिहड़ा है वधना करिए। जेकर सवाल होए किसी का भी तो वो आप जी अज पुछना अज पुछ सकते, कल पुछना आप कल विचार कर लवांगे। खैर एक ओंकार सत गुर प्रसाद। एक इत्थे विचार होर आपां करदे जाइए कि जदों भी रागां दे विच बाणी आ रही है उदों वार जदों खत्म होएगी, 22 वारां ने, कुछ रागां दे विच एक तो ज़्यादा वारां भी ने, 2 वारां भी हो सकदियां, 3 भी हो सकदियां, बहुते रागां विच वारां नहीं हन। इस करके जदों गुरु साहब की बाणी है जो गुरु पातशाह जी ने उचारी है, पहले दूसरे तीसरे चौथे पंजवें अते नौवें, जदों उन्हां दी बाणी की है समाप्त हो जाएगी, उस तो बाद भगतां दी बाणी आरंभ होएगी। ये याद रखना करियो कि जदों गुरु साहब जी की बाणी राग दे विच जिहड़ी है समाप्त हो जाएगी, जिन्नी भी उस राग की बाणी होएगी, उस तो बाद भगतां दी बाणी शुरू होएगी। तो भगतां दी बाणी शुरू होएगी तो पहला बाबा कबीर साहब जी की बाणी आएगी। ये भी याद रखने योग है कि पहला बाबा कबीर साहब जी की बाणी जिहड़ी है वो आरंभ होएगी। इत्थे हुण वार है, वार तो पिछे पिछे है जिहड़ी वो गुरु साहब जी की बाणी। हाँ एक गल होर है, वारां दे विच सलोक किते भी वो भगत साहिबान दे हो सकते वारां दे विच। खैर पातशाह जी रहमत करन, हुण इत्थे है भगत साहिबान जी की बाणी जिहड़ी है वो आरंभ हो रही है। एक ओंकार सत गुर प्रसाद। ये असीं आम ही विचार पहलां करके आए हैं कि कोई भी विचार जां बाणी शुरू हुंदी है नवें घर विच, नवें काव रूप दे विच दुपदे चौपदे अष्टपदियां छंत वारां जां होर वणजारा आदि आरंभ हुंदे ने। की उत्थे छोटे जां वड्डे रूप विच की है एक ओंकार दा स्वरूप जरूर दर्ज है, भाव मूल मंत्र दा कि मूल मंत्र जरूर दर्ज है कि थल्ले जो भी आया है, जो भी शब्द आ रहे ने उन्हां नूं वेख के ये ना भुलेखा पै जाए कि जिवें पिछे जिहड़ा आया है 9 निधियां दी 18 सिद्धियां दी गल हो रही कि वह प्राप्त करने की गल है एक ओंकार दे नाल जुड़न दी, मालक दे नाल जुड़न दी। इस करके सब थावां ते जिहड़ा है वो मूल मंत्र जरूर दर्ज है कि पहला ख्याल इधर रखना है। तुहाडी सुरती जदों भी बाणी विचारनी इत्थे होनी चाहिदी है, पहला एक ओंकार दे विच, एक मालक दे विच, अते वो गुरु की कृपा दे नाल प्राप्त होना, नाल ये जरूर दर्ज है गुर प्रसाद कि गुरु की रहमत नाल मिलना है, जिहड़ा मालक एक है, सच्चा है, सदैवी होने वाला है। इस करके फिर अगे जो भी गुरु ग्रंथ साहब जी के पावन शब्द ने उसकी फिर विचार है। श्री राग कबीर जियो का एक सुआन कै घर गावना,
ਹੁਣ ਸਤਿਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਬਾਣੀ ਦਰਜ ਕੀਤੀ ਹੈ ਤੇ ਉਹਨਾਂ ਨੇ ਫਿਰ ਇਸੇ ਤਰੀਕੇ ਦੇ ਨਾਲ ਸ੍ਰੀ ਰਾਗ ਤੋਂ ਭਾਵ ਕਿ ਸ੍ਰੀ ਰਾਗ ਦੇ ਵਿੱਚ ਜਿਹੜੀ ਉਹਨਾਂ ਦੀ ਪਾਵਨ ਬਾਣੀ ਹੈ ਕਬੀਰ ਜੀ ਉਹ ਕਾਕੇ ਕਬੀਰ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਆਰੰਭ ਹੋ ਰਹੀ ਹੈ ਤੇ ਰਾਗ ਕੀ ਹੈ ਸ੍ਰੀ ਰਾਗ ਹੈ। ਅਤੇ ਅੱਗੇ ਰਹਿਮਤ ਕੀਤੀ ਹੈ ਏਕ ਸਵਾਨ ਕੈ ਘਰ ਗਾਵਨਾ ਕਿ ਏਕ ਸਵਾਨ ਕੈ ਘਰ ਗਾਵਨਾ। ਕਬੀਰ ਜੀ ਦਾ ਇਹ ਸ਼ਬਦ ਉਸ ਘਰ ਵਿੱਚ ਗਾਵਨਾ ਹੈ ਜਿਸ ਘਰ ਵਿੱਚ ਉਹ ਸ਼ਬਦ ਗਾਵਨਾ ਹੈ ਜਿਸ ਦੀ ਪਹਿਲੀ ਤੁਕ ਹੈ ਏਕ ਸਵਾਨ ਦੋਏ ਸਵਾਨੀ ਨਾਲ। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਸ੍ਰੀ ਰਾਗ ਵਿੱਚ ਦਰਜ ਹੈ ਕਿ ਘਰ ਹੈ ਜਿਹੜਾ ਉਹੀ ਰੱਖਣਾ ਹੈ ਜਿਹੜਾ ਪਿੱਛੇ ਚੱਲ ਰਿਹਾ ਸੀ। ਉਸੇ ਤਰੀਕੇ ਦੇ ਨਾਲ ਇਹ ਸ਼ਬਦ ਗਾਵਣਾ ਤੋਂ ਭਾਵ ਜਦੋਂ ਵੀ ਗਾਉਣਾ ਹੈ ਤੇ ਉਹ ਜਿਹੜਾ ਘਰ ਹੈ ਭਾਵ ਜੋ ਵੀ ਤਾਲ ਹੈ ਉਹ ਉਸੇ ਤਰੀਕੇ ਨਾਲ ਚੱਲੇਗੀ ਜੋ ਪਿਛਲੇ ਸ਼ਬਦਾਂ ਦੇ ਵਿੱਚ ਜਿਵੇਂ ਏਕ ਸਵਾਨੀ ਦੋਏ ਸਵਾਨ ਦੇ ਨਾਲ ਜਿਹੜੀ ਹੈ ਰਲਾ ਕੇ ਜਿਹੜੀ ਹੈ ਉਹ ਗਾਈ ਜਾਵੇ। ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੁ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਬਾਬਾ ਕਬੀਰ ਸਾਹਿਬ ਜੀ ਨੇ ਲੰਬੇਰੀਆਂ ਪੰਕਤੀਆਂ ਜਿਹੜੀਆਂ ਬਖਸ਼ੀਆਂ ਨੇ ਉਹਨਾਂ ਦੇ ਵਿੱਚ ਜਨਨੀ ਜਾਨਤ ਪਹਿਲਾ ਵਿਸ਼ਰਾਮ, ਸੁਤ ਬੜਾ ਹੋਤ ਹੈ ਦੂਸਰਾ ਵਿਸ਼ਰਾਮ, ਇਤਨਾ ਕੁ ਨਾ ਜਾਣੈ ਤੀਸਰਾ ਵਿਸ਼ਰਾਮ, ਜੇ ਦਿਨ ਦਿਨ ਅਵਧ ਘਟਤ ਹੈ। ਕਿ ਇਸ ਤਰੀਕੇ ਦੇ ਨਾਲ ਜਿਸ ਵਿਸ਼ਰਾਮਾਂ ਸਹਿਤ ਇਸ ਬਾਣੀ ਦਾ ਪਾਠ ਕਰਾਂਗੇ ਤੇ ਸਾਨੂੰ ਸੌਖੇ ਸਿੱਧ ਜਿਹੜੀ ਉਹ ਸਮਝ ਆਏਗੀ। ਜਨਨੀ ਤੋਂ ਭਾਵ ਮਾਂ, ਸੁਤ ਪੁੱਤਰ, ਇਤਨਾ ਕੁ ਭਾਵ ਇੰਨੀ ਕੁ ਗੱਲ, ਇਤਨਾ ਕੁ ਨਾ ਜਾਣੈ। ਅਵਧ ਤੋਂ ਭਾਵ ਉਮਰ, ਦਿਨ ਦਿਨ ਤੋਂ ਭਾਵ ਹਰ ਰੋਜ਼ ਸਦਾ ਦੇ ਲਈ। ਹੁਣ ਪਾਤਸ਼ਾਹ ਗੁਰਬਾਣੀ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਰਹਿਮਤ ਕਰ ਰਹੇ ਹਨ ਕਿ ਮਾਂ ਸਮਝਦੀ ਹੈ, ਜਨਨੀ ਜਾਨਤ, ਕਿ ਮਾਂ ਸਮਝਦੀ ਹੈ, ਮਾਂ ਜਾਣਦੀ ਹੈ ਕਿ ਸੁੱਤ ਵੱਡਾ ਹੋਤ ਹੈ, ਕਿ ਜਿਹੜਾ ਮੇਰਾ ਪੁੱਤਰ ਹੈ ਉਹ ਵੱਡਾ ਹੋ ਰਿਹਾ ਹੈ, ਦਿਨ ਦਿਨ ਵੱਡਾ ਹੋ ਰਿਹਾ ਹੈ। ਇਤਨਾ ਕੁ ਨਾ ਜਾਣੈ, ਪਰ ਉਹ ਇੰਨੀ ਗੱਲ ਨਹੀਂ ਸਮਝਦੀ ਕਿ ਜੇ ਦਿਨ ਦਿਨ ਅਵਧ ਘਟਤ ਹੈ, ਜਿਉਂ-ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ। ਆਪਾਂ ਵਿਚਾਰ ਪਹਿਲਾਂ ਆਲਰੇਡੀ ਕਰ ਚੁੱਕੇ ਹਾਂ ਸ਼ਬਦਾਂ ਦੇ ਵਿੱਚ ਕਿ ਬੜੀ ਖੁਸ਼ੀ ਹੁੰਦੀ ਹੈ ਸਾਨੂੰ ਕਿ ਅੱਜ ਹੈਪੀ ਬਰਥਡੇ ਹੈ। ਭਾਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਤੇ ਚਲੋ ਬਹੁਤੀ ਵਾਰ ਦੇਗ ਜਿਹੜੀ ਹੈ ਬਣਾ ਕੇ ਵਰਤਾਈ ਜਾਂਦੀ ਸੀ ਕਿ ਦੇਗ ਬਣਾਈ ਜਾਣੀ, ਛਕਾਈ ਜਾਣੀ, ਬਾਣੀ ਦਾ ਪਾਠ ਹੋਣਾ। ਅੱਜ ਕੁਝ ਨਵਾਂ ਰੂਪ ਹੋ ਗਿਆ, ਪੱਛਮ ਦਾ ਰੂਪ, ਜਾਂ ਕਹਿ ਲਈਏ ਕਿ ਕੇਕ ਲਿਆ ਕੇ ਜਿੰਨਾ ਚਿਰ ਕੱਟਿਆ ਨਾ ਜਾਏ ਉਹਨਾਂ ਚਿਰ ਬਰਥਡੇ ਮਨਾਇਆ ਹੀ ਨਹੀਂ ਜਾਂਦਾ। ਖੈਰ ਇੱਕ ਵੱਖਰਾ ਵਿਸ਼ਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹਾਂ, ਪਰ ਹੈ ਕੀ ਹੈ, ਬਾਬਾ ਕਬੀਰ ਸਾਹਿਬ ਜੀ ਕੀ ਆਖਰੇ ਨੇ, ਪਹਿਲੀ ਹੀ ਪੰਕਤੀ ਉਹਨਾਂ ਦੀ ਆਈ ਹੈ, ਪਹਿਲਾ ਹੀ ਰਾਗ ਹੈ, ਪਹਿਲੀ ਪੰਕਤੀ ਹੈ, ਪਹਿਲਾ ਹੀ ਸ਼ਬਦ ਹੈ, ਇਹਦੇ ਵਿੱਚ ਹੀ ਆਖਰੇ ਕਿ ਮਾਂ ਸਮਝਦੀ ਹੈ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਹੈ, ਪਰ ਅਸਲ ਵਿੱਚ ਕੀ ਹੈ ਕਿ ਇਹ ਨਹੀਂ ਸਮਝਦੀ ਕਿ ਉਹਦੀ ਉਮਰ ਘਟ ਗਈ ਹੈ। ਜਿੰਨੇ ਸਵਾਸ ਉਸ ਮਾਲਕ ਨੇ ਲਿਖੇ ਨੇ ਉਹ ਕੀ ਨੇ, ਇੰਨੇ ਸਮੇਂ ਤੱਕ ਘਟ ਗਏ ਨੇ, ਬੀਤ ਗਏ ਹਨ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਹੁਣ ਬਾਬਾ ਕਬੀਰ ਸਾਹਿਬ ਜੀ ਫਿਰ ਇੱਥੇ ਰਹਿਮਤ ਕਰਦੇ ਨੇ, ਮੋਰ ਮੋਰ ਕਰ। ਮੋਰ ਮੋਰ ਤੋਂ ਭਾਵ ਅੰਗਰੇਜ਼ੀ ਵਾਲਾ ਮੋਰ ਮੋਰ ਨਹੀਂ ਕਹਿਣਾ ਕਿ ਹੋਰ ਹੋਰ, ਭਾਵ ਮੇਰਾ ਮੇਰਾ। ਮੋਰ ਮੋਰ ਕਿ ਮੇਰਾ ਮੇਰਾ, ਇਹ ਉਹ ਇਉਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ ਆਖਦੀ ਹੈ ਮਾਂ, ਕਿਉਂਕਿ ਉਹਦਾ ਹੱਕ ਹੈ ਆਖਣਾ ਹੀ, ਉਸਨੇ ਆਖਣਾ ਹੈ ਕਿ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ ਹੈ। ਕੀ ਹੈ ਅੱਗੇ ਕੀ ਕਹਿੰਦੀ ਹੈ, ਅਧਿਕ ਲਾਡ ਧਰ। ਅਧਿਕ ਤੋਂ ਭਾਵ ਜ਼ਿਆਦਾ, ਲਾਡ ਤੋਂ ਭਾਵ ਕੀ ਹੈ, ਲਾਡ ਕਰਦੀ ਹੈ, ਪ੍ਰੇਮ ਕਰਦੀ ਹੈ। ਤੇ
ਅੱਗੇ ਪਾਤਸ਼ਾਹ ਬਾਬਾ ਕਬੀਰ ਸਾਹਿਬ ਜੀ ਆਖਦੇ ਪੇਖਤ ਹੀ ਜਮਰਾਓ ਹਸੈ, ਅਤੇ ਮਾਂ ਦੀ ਇਸ ਮਮਤਾ ਨੂੰ ਵੇਖ ਵੇਖ ਕੇ ਜਮਰਾਜ ਹੈ ਜਿਹੜਾ ਹੱਸਦਾ ਹੈ। ਭਾਵ ਉਸ ਮਾਲਕ ਦਾ ਹੁਕਮ ਹੈ ਜਿਹੜਾ ਉਸ ਜਿਉਂ ਦਾ ਤਿਉਂ ਅਟਲ ਵਿਚਰ ਰਿਹਾ ਹੈ ਕਿ ਜੋ ਮੰਨਦੇ ਨੇ ਉਸ ਨੂੰ। ਕਿਉਂਕਿ ਬਾਬਾ ਕਬੀਰ ਸਾਹਿਬ ਪਾਤਸ਼ਾਹ ਜੀ ਜਿਹੜਾ ਨੇ ਬਨਾਰਸ ਦੇ ਵੱਲ ਰਹਿੰਦੇ ਨੇ, ਉਧਰਲੇ ਪਾਸੇ ਸਾਰੇ ਪਾਸੇ ਇਹੋ ਹੀ ਅਡੰਬਰ ਹੈ ਜਮਰਾਜ ਦਾ, ਆਰੇ ਦਾ, ਹੋਰ ਕਈ ਤਰੀਕਿਆਂ ਦਾ। ਤੇ ਫਿਰ ਉਸੇ ਤਰ੍ਹਾਂ ਹੀ ਸਮਝਾ ਰਹੇ ਨੇ ਕਿ ਜਮਰਾਜ ਨੂੰ ਮੰਨਦੇ ਨੇ ਕਿ ਧਰਮਰਾਜ ਜਮਰਾਜ ਹੈ ਜਿਹਨੇ ਲੈ ਜਾਣਾ ਹੈ, ਤੇ ਆਖਦੇ ਨੇ ਕਿ ਉਮਰ ਘਟਦੀ ਜਾ ਰਹੀ ਹੈ ਤੇ ਮਾਂ ਕਹਿੰਦੀ ਮੇਰਾ ਪੁੱਤ ਵੱਡਾ ਹੁੰਦਾ ਜਾ ਰਿਹਾ ਹੈ, ਤੇ ਇਹ ਹੋਰ ਹੋਰ ਲਾਡ ਧਰਦੀ ਕਿ ਮੇਰਾ ਪੁੱਤ ਇੰਨੇ ਸਾਲਾਂ ਦਾ ਹੋ ਗਿਆ, ਇੰਨਿਆਂ ਦਾ ਹੋ ਗਿਆ, ਲਾਡ ਧਰਦੀ ਹੈ, ਪ੍ਰੇਮ ਕਰਦੀ ਹੈ। ਇਸ ਨੂੰ ਵੇਖ ਕੇ ਜਮਰਾਜ ਹੱਸਦਾ ਹੈ ਕਿ ਇਹਦਾ ਤੇ ਮੌਤ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ ਤੇ ਮਾਂ ਇਹਦੇ ਵਧਨ ਤੇ ਖੁਸ਼ ਹੁੰਦੀ ਜਾ ਰਹੀ ਹੈ। ਕੀ ਹੈ ਕਿ ਅਸਲ ਦੇ ਵਿੱਚ ਫਿਕਰ ਨਹੀਂ ਹੈ ਕਿ ਮੇਰੇ ਜੀਵਨ ਦੇ, ਮੇਰੀ ਜ਼ਿੰਦਗੀ ਦੇ ਸਵਾਸ ਅਜਾਈ ਜਾ ਰਹੇ ਹੈ, ਖਤਮ ਹੁੰਦੇ ਜਾ ਰਹੇ ਹੈ। ਪਾਤਸ਼ਾਹ ਜੀ ਰਹਿਮਤ ਕਰਨ। ਅੱਜ ਆਪਾਂ ਇਸ ਪਹਿਲੇ ਪਦੇ ਦੀ ਵਿਚਾਰ ਤੇ ਹੀ ਜਿਹੜਾ ਹੈ ਸੰਕੋਚ ਕਰਾਂਗੇ। ਅਗਲੀ ਵਿਚਾਰ ਆਪਾਂ ਇੱਥੋਂ ਹੀ ਕੱਲ ਆਰੰਭ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।